Good morning, students. This is Rajvinder Singh from Guru Nanak Public Senior Secondary School. ਬੱਚਿਓ ਅੱਜ ਆਪਾਂ ਇੱਕ ਹੋਰ ਨਵੀਂ ਚੀਜ਼ ਸਟਾਰਟ ਕਰ ਲੱਗੇ ਆ ਜਨਰਲ ਇੰਗਲਿਸ਼ +1 ਕਲਾਸ ਦੀ ਆਪਾਂ ਇੰਗਲਿਸ਼ ਸਬਜੈਕਟ ਸਟਾਰਟ ਕਰ ਲੱਗੇ ਆ। ਇੰਗਲਿਸ਼ ਬੁੱਕ ਤੁਹਾਨੂੰ ਜਿਹੜੀ ਲੱਗੀ ਉਹਦਾ ਨਾਮ ਹੈਗਾ ਵਾ ਆ ਪੈਨੋਰਾਮਾ ਆਫ ਲਾਈਫ। ਪੈਨੋਰਾਮਾ ਦਾ ਮਤਲਬ ਹੁੰਦਾ ਇੱਕ ਕੰਪਰੀਹੈਂਸਿਵ ਸਰਵੇ, ਜਿੱਦਾਂ ਸਰਵੇ ਆਫ ਲਾਈਫ, ਜਿੱਦਾਂ ਕਹਿ ਲਓ ਵੀ ਪੂਰਾ ਜ਼ਿੰਦਗੀ ਦਾ ਇੱਕ ਨਿਰੀਖਣ ਜਿਹਾ ਕਰਨਾ ਜਿਹੜਾ ਟੁੱਟੇ ਨਾ ਕਦੀ ਅਨਬ੍ਰੋਕਨ ਜਿਹਾ, ਵੀ ਹਰ ਇੱਕ ਪਹਿਲੂ ਨੂੰ ਆਪਾਂ ਦੇਖਣਾ ਲਾਈਫ ਦਾ ਸਾਰਾ ਕੁਝ। ਬੁੱਕ ਦਾ ਨਾਮ ਆ ਪੈਨੋਰਾਮਾ ਆਫ ਲਾਈਫ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਾਡੇ ਬੋਰਡ ਦੇ ਦੁਆਰਾ ਇਹ ਬੁੱਕ ਲਵਾਈ ਜਾਂਦੀ ਆ 11ਵੀਂ ਕਲਾਸ ਨੂੰ, +1 ਕਲਾਸ ਨੂੰ। ਹੁਣ ਇਹਦੇ 3 ਪਾਰਟ ਹੁੰਦੇ ਆ। ਇੰਟੈਂਸਿਵ ਸਟੱਡੀ, ਇਹਦੇ ਕੁਝ ਲੈਸਨਸ ਹੁੰਦੇ ਨੇ, ਇਹਦੇ 10 ਨੇ ਸਾਡੇ ਕੋਲ। ਪੋਇਟਰੀ ਸੈਕਸ਼ਨ ਹੁੰਦਾ, ਕਵਿਤਾਵਾਂ ਨੇ, ਇਹ ਟੋਟਲ 7 ਨੇ ਸਾਡੇ ਕੋਲ। ਅਤੇ ਇੱਕ ਐਕਸਟੈਂਸਿਵ ਸਟੱਡੀ ਹੁੰਦੀਆਂ ਵਾ, ਇਹ ਟੋਟਲ 6 ਨੇ, 6 ਲੈਸਨ ਆ ਇਹਦੇ। ਹੁਣ ਅੱਜ ਆਪਾਂ ਸਟਾਰਟ ਕਰਨਾ ਵਾ ਇੰਟੈਂਸਿਵ ਸਟੱਡੀ। ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਲੈਸਨ ਪੜ੍ਹਾ ਕੇ ਕੁਐਸਚਨ ਕਰਾਊਂਗਾ, ਨਹੀਂ ਤਾਂ ਸਮਝ ਨਹੀਂ ਲੱਗਣਗੇ। ਕੋਸ਼ਿਸ਼ ਕਰਦਾ ਧਿਆਨ ਨਾਲ ਵੀਡੀਓ ਦੇਖਿਓ, ਲੈਸਨ ਸਮਝਣ ਦੀ। ਭਾਵੇਂ ਬੁੱਕਸ ਤੁਹਾਡੇ ਕੋਲ ਨਹੀਂ ਹੈਗੀਆਂ, ਵੀਡੀਓ ਤੋਂ ਸਮਝਿਓ, ਚੈਪਟਰ ਪੂਰਾ ਵਧੀਆ, ਕਹਾਣੀ ਪੂਰੀ ਦਿਮਾਗ 'ਚ ਬੈਠ ਜੇ। ਅੱਜ ਆਪਾਂ ਸਟਾਰਟ ਕਰ ਲੱਗੇ ਜੈਂਡਰ ਵਾਈਜ਼। ਜੈਂਡਰ ਵਾਈਜ਼ ਸੁਧਾ ਮੂਰਤੀ ਦੁਆਰਾ ਲਿਖਿਆ ਗਿਆ ਵਾ। ਇੰਟੈਂਸਿਵ ਸਟੱਡੀ ਯਾਦ ਰੱਖਿਓ, ਸਟਾਰਟ ਕਰ ਲੱਗੇ ਆ ਜੈਂਡਰ ਵਾਈਜ਼। ਜੈਂਡਰ ਵਾਈਜ਼ ਦਾ ਮਤਲਬ ਆ ਵੀ ਜਿੱਦਾਂ ਕਹਿ ਲਓ ਵੀ ਲੜਕੇ ਅਤੇ ਲੜਕੀ ਦੇ ਵਿੱਚ ਭੇਦਭਾਵ ਜਿਹਾ ਕਰਨਾ, ਵੀ ਲੜਕੀਆਂ ਆਹ ਕੰਮ ਨਹੀਂ ਕਰ ਸਕਦੀਆਂ, ਇਹ ਕੰਮ ਸਿਰਫ ਲੜਕੇ ਕਰ ਸਕਦੇ ਆ। ਜੋਬ ਨਾਲ ਰਿਲੇਟਿਡ ਡਿਸਕ੍ਰਿਮੀਨੇਸ਼ਨ ਹੋਣੀ, ਭੇਦਭਾਵ ਜਿਹਾ ਹੋਣਾ, ਉਹਦੇ ਨਾਲ ਰਿਲੇਟਿਡ ਆ ਇਹ ਪੂਰਾ ਐਸੇ। ਦੇਖੋ ਇੱਥੇ ਕੀ ਆ, ਇਹਨੂੰ ਆਪਾਂ ਐਸੇ ਕਹਿ ਸਕਦੇ ਕਿ ਲੇਖ ਜਿਹਾ ਹੀ ਹੈ। ਦੇਖੋ ਇੱਥੇ ਜਾਂ ਕਹਾਣੀ ਕਹਿ ਲਓ, ਸਟੋਰੀ ਕਹਿ ਲਓ। ਇਹ ਕਿਹਦੇ ਦੁਆਰਾ ਲਿਖਿਆ ਗਿਆ? ਸੁਧਾ ਮੂਰਤੀ ਦੇ ਦੁਆਰਾ। ਪਹਿਲਾਂ ਇੰਟਰੋਡਕਸ਼ਨ ਹੈ ਇਹਦੀ ਸਾਰੀ ਦੇਖ ਲੈਂਦੇ, ਸ਼ਾਇਦ ਇਹਦੇ 'ਚੋਂ ਵੀ ਕੁਝ ਸਾਨੂੰ ਉਹਦੀ ਲਾਈਫ ਦੇ ਬਾਰੇ ਕੁਝ ਪਤਾ ਲੱਗੇ, ਸਾਰਾ ਕੁਝ। ਉਹ ਕਿਸ ਤਰ੍ਹਾਂ ਦੀ ਲੇਡੀ ਆ, ਕਿਹੜੇ ਕਿਹੜੇ ਕੰਮ ਕਰਦੀ ਆ ਉਹ। ਸੁਧਾ ਮੂਰਤੀ ਦਾ ਜਨਮ 1950 ਦੇ ਵਿੱਚ ਹੋਇਆ, ਹਜੇ ਵੀ ਉਹ ਪ੍ਰੈਜ਼ੈਂਟ ਹੈ, ਲੇਡੀ ਜਿੰਦਾ ਹੈ। 1950 ਦੇ ਵਿੱਚ ਇਹਦਾ ਜਨਮ ਹੋਇਆ। ਬੜੀ ਹੀ ਫੇਮਸ ਉਹ ਸੋਸ਼ਲ ਵਰਕਰ ਹੀ। ਸੋਸ਼ਲ ਵਰਕਰ ਉਹ ਹੁੰਦੇ ਜਿਹੜੇ ਸੁਸਾਇਟੀ ਲਈ ਕੰਮ ਕਰਦੇ ਨੇ, ਸਿਰਫ ਆਪਣੇ ਤੱਕ ਸੀਮਿਤ ਨਹੀਂ ਹੁੰਦੇ, ਲੋਕਾਂ ਦਾ ਵੀ ਭਲਾ ਸੋਚਦੇ ਨੇ। ਅਤੇ ਲੇਖਿਕਾ ਵੀ ਹੀ, ਔਥਰ ਵੀ ਹੀ। ਸ਼ੀ ਇਜ਼ ਰਿਨੋਨਡ ਹੁੰਦਾ ਫੇਮਸ, ਪਪੂਲਰ, ਮਸ਼ਹੂਰ, ਫॉर ਹਰ ਨੋਬਲ ਮਿਸ਼ਨ। ਨਾਲ ਮੈਂ ਇੱਥੇ ਜੋ ਲਿਖੇ ਨਾ ਇਹਨਾਂ ਦੇ ਜੋ ਵੀ ਸਿਨੋਨੀਅਮ ਲਿਖੇ ਨੇ ਵੀ ਇੰਗਲਿਸ਼ ਟੂ ਇੰਗਲਿਸ਼ ਮੀਨਿੰਗ, ਉਹ ਵੀ ਦੇਖੀ ਜਾਇਓ। ਉਹ ਬੜੀ ਹੀ ਮਸ਼ਹੂਰ ਹੀ ਕਾਹਦੇ ਲਈ? ਜਿਹੜੇ ਉਹਦੇ ਨੋਬਲ ਮਿਸ਼ਨ ਹੀ। ਨੋਬਲ ਮਿਸ਼ਨ ਦਾ ਮਤਲਬ ਜਿਹੜੇ ਉਹ ਬੜੇ ਵਧੀਆ ਕੰਮ ਕਰਦੀ ਹੀ, ਲੋਕਾਂ ਨੂੰ ਕੰਪਿਊਟਰ ਦੀ ਨੌਲੇਜ ਪ੍ਰੋਵਾਈਡ ਕਰਾਉਂਦੀ ਹੁੰਦੀ ਹੀ। ਲਾਈਬ੍ਰੇਰੀ ਫੈਸਿਲਿਟੀਜ਼ ਹੁੰਦੀਆਂ, ਸੁਵਿਧਾਵਾਂ, ਜਿੱਦਾਂ ਕਿਤਾਬਾਂ ਵਗੈਰਾ ਪ੍ਰੋਵਾਈਡ ਕਰਨੀਆਂ। ਛੋਟੇ ਛੋਟੇ ਪਿੰਡਾਂ ਦੇ ਵਿੱਚ ਜਾ ਕੇ ਲਾਈਬ੍ਰੇਰੀਜ਼ ਖੋਲ੍ਹਣੀਆਂ, ਕਾਲਜਾਂ ਵਿੱਚ ਲਾਈਬ੍ਰੇਰੀਜ਼ ਖੋਲ੍ਹਣੀਆਂ, ਉੱਥੇ ਬੁੱਕਸ ਮੈਗਜ਼ੀਨਸ ਵਗੈਰਾ ਪ੍ਰੋਵਾਈਡ ਕਰਾਉਣੀਆਂ। ਕਿੱਥੇ ਪ੍ਰੋਵਾਈਡ ਕਰਾਉਂਦੀ ਹੁੰਦੀ? ਜਿੰਨੇ ਵੀ ਸਰਕਾਰੀ ਸਕੂਲ ਹੀ ਉਹਨਾਂ ਦੇ ਵਿੱਚ। ਸਰਕਾਰੀ ਸਕੂਲਾਂ ਦੀ ਹਾਲਤ ਥੋੜ੍ਹੀ ਮਾੜੀ ਹੁੰਦੀ ਹੈ, ਪਰ ਇਹ ਬੜੀ ਵਧੀਆ ਲੇਡੀ ਇਹਨੇ ਬੜੇ ਐਫਰਟ ਕਰਕੇ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਵਗੈਰਾ ਪ੍ਰੋਵਾਈਡ ਕਰਾਏ, ਲਾਈਬ੍ਰੇਰੀ ਫੈਸਿਲਿਟੀਜ਼ ਪ੍ਰੋਵਾਈਡ ਕਰਾਈਆਂ। ਕਿੱਥੋਂ ਦੇ ਸਕੂਲਸ ਵਿੱਚ? ਆਪਣੀ ਪੰਜਾਬ ਸਟੇਟ ਦੇ ਸਕੂਲ ਨਹੀਂ, ਕਰਨਾਟਕਾ ਦੇ ਸਕੂਲਸ ਵਿੱਚ। ਹਰ ਸਟੋਰੀਜ਼ ਡੀਲ ਵਿਦ ਲਾਈਵਸ ਆਫ ਕਾਮਨ ਪੀਪਲ ਐਂਡ ਸੋਸ਼ਲ ਇਸ਼ੂਜ਼। ਜਿੰਨੀਆਂ ਵੀ ਉਹਦੀਆਂ ਕਹਾਣੀਆਂ ਸੀ ਉਹ ਕਿੰਨਾਂ ਨਾਲ ਸੰਬੰਧਿਤ ਸੀ, ਕਿੰਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਸੀ? ਜਿਹੜੇ ਆਮ ਲੋਕ ਨੇ, ਜਿਸ ਤਰ੍ਹਾਂ ਆਪਾਂ ਵਾ ਕਾਮਨ ਪੀਪਲ, ਇਹਨਾਂ ਨੂੰ ਕੀ ਪ੍ਰੋਬਲਮਸ ਆਉਂਦੀਆਂ ਵਾ, ਇਹਨਾਂ ਦੀ ਪੜ੍ਹਾਈ ਕਿਉਂ ਥੋੜ੍ਹੀ ਘੱਟ ਰਹਿ ਜਾਂਦੀ ਆ, ਕਿਹੜੀਆਂ ਮੁਸ਼ਕਿਲਾਂ ਆਉਂਦੀਆਂ, ਸਿਰਫ ਉਹਨਾਂ ਨਾਲ ਰਿਲੇਟਿਡ ਇਹਦੀਆਂ ਸਾਰੀਆਂ ਕਹਾਣੀਆਂ ਸੀ। ਅਤੇ ਜਾਂ ਜਿੰਨੇ ਵੀ ਸਮਾਜਿਕ ਮੁੱਦੇ ਹੁੰਦੇ ਸੀ ਲੋਕਾਂ ਨਾਲ ਰਿਲੇਟਿਡ, ਸੁਸਾਇਟੀ ਨਾਲ ਰਿਲੇਟਿਡ, ਉਹਦੇ ਨਾਲ ਸਾਰੀਆਂ ਸਟੋਰੀਜ਼ ਇਹਦੀਆਂ ਡੀਲ ਕਰਦੀਆਂ ਸੀ। ਅੱਗੇ ਕੀ ਆ ਦੇਖੋ, ਇਹਦੀ ਪੜ੍ਹਾਈ ਬਾਰੇ ਦੱਸਿਆ ਗਿਆ। ਜਦੋਂ ਇਹਨੇ ਡਿਗਰੀ ਕੰਪਲੀਟ ਕੀਤੀ, ਕਿਹੜੇ ਸਬਜੈਕਟ ਵਿੱਚ? ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਸੀ ਇਹਨੇ, ਹੁਬਲੀ ਤੋਂ। ਹੁਬਲੀ ਜਿਹੜੀ ਆ ਕਰਨਾਟਕਾ ਦਾ ਸ਼ਹਿਰ ਹੀ ਆ, ਮੈਂ ਇੱਥੇ ਉੱਪਰ ਲਿਖਿਆ ਸਿਟੀ ਇਨ ਕਰਨਾਟਕਾ। ਉੱਥੋਂ ਇਹਨੇ ਆਪਣੀ ਸਟੱਡੀ ਕੰਪਲੀਟ ਕੀਤੀ। ਸੁਧਾ ਮੂਰਤੀ ਜਿਹੜੀ ਹੀ ਦੇਖੋ ਇਹਨੇ ਗ੍ਰੈਜੂਏਸ਼ਨ ਕੀਤੀ ਹੋਊਗੀ ਉੱਥੋਂ, ਫਿਰ ਇਹ ਚੱਲ ਗਈ ਹੀ ਕਿਹੜੀ ਚੀਜ਼ ਕਰਨ? ਮਾਸਟਰ ਇਨ ਟੈਕਨੋਲੋਜੀ, ਪੋਸਟ ਗ੍ਰੈਜੂਏਸ਼ਨ M.Tech ਕਰਨ ਚੱਲ ਗਈ ਹੀ। ਕਿੱਥੇ? ਬੈਂਗਲੌਰ ਦਾ ਇੰਸਟੀਟਿਊਟ ਹੈਗਾ ਹੀ ਇੰਡੀਅਨ ਇੰਸਟੀਟਿਊਟ ਆਫ ਸਾਇੰਸ, ਬੈਂਗਲੌਰ ਦੇ ਵਿੱਚ।
2006 ਦੇ ਵਿੱਚ ਇਹਨੂੰ ਪਦਮ ਸ਼੍ਰੀ ਮਿਲਿਆ। ਪਦਮ ਸ਼੍ਰੀ ਜਿਹੜਾ ਵਾ ਇਹ ਵਧੀਆ ਕਾਫੀ ਸਿਵਿਲੀਅਨ ਅਵਾਰਡ ਹੁੰਦਾ ਵਾ। ਜਿਹੜੇ ਲੋਕ ਚੰਗੇ ਕੰਮ ਕਰਦੇ ਨੇ, ਭਾਵੇਂ ਉਹ ਕਿਸੇ ਵੀ ਫੀਲਡ ਵਿੱਚ ਹੋਣ, ਉਹ ਗਾਇਕ ਹੋਣ, ਉਹ ਪੇਂਟਰ ਹੋਣ, ਉਹ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਹੋਣ, ਜੇ ਤੇ ਉਹਨਾਂ ਨੇ ਲੋਕਾਂ ਲਈ ਕੁਝ ਭਲਾਈ ਦੇ ਕੰਮ ਕੀਤੇ ਆ ਤੇ ਸਰਕਾਰ ਉਹਨਾਂ ਨੂੰ ਇਸ ਸਨਮਾਨ ਨਾਲ ਨਵਾਜਦੀ ਆ। ਪਦਮ ਸ਼੍ਰੀ ਇਹਨੂੰ ਮਿਲਿਆ ਕਿਦੋਂ? 2006 ਦੇ ਵਿੱਚ। She is a chairperson. She is chairperson of Infosys Foundation and has successfully implemented various projects related to poverty alleviation, education and health. Chairperson ਹੁੰਦਾ ਵਾ ਜਿੱਦਾਂ ਮੁਖੀ ਕਹਿ ਸਕਦੇ ਆਪਾਂ, ਜਿੱਦਾਂ ਚੇਅਰਮੈਨ ਹੁੰਦਾ। ਚੇਅਰਮੈਨ, ਚੇਅਰਵੂਮੈਨ, ਵੂਮੈਨ ਦੀ ਜਗ੍ਹਾ 'ਤੇ ਪਰਸਨ ਹੀ ਲਾ ਦੇਈਦਾ, ਕਿਉਂਕਿ ਉਹ ਲੇਡੀ ਵੀ ਹੋ ਸਕਦੀ ਹੈ ਅਤੇ ਕੋਈ ਮੇਲ ਵੀ ਹੋ ਸਕਦਾ। ਹੁਣ ਉਹ ਮੁਖੀ ਹੀ, ਚੇਅਰਪਰਸਨ ਹੀ ਕਿਹੜੀ ਕੰਪਨੀ ਦੀ? ਇਨਫੋਸਾਈਸਿਸ ਦੀ। ਇਨਫੋਸਾਈਸਿਸ ਮੇ ਬੀ ਇਹਦੇ ਹਸਬੈਂਡ ਨੇ ਸਟਾਰਟ ਕੀਤੀ ਸੀ, ਆਈ ਥਿੰਕ ਇਨਫੋਸਾਈਸਿਸ ਕੰਪਨੀ ਦੀ ਚੇਅਰਪਰਸਨ ਹੀ, ਮੁਖੀ ਹੀ, ਅਤੇ ਇਹਨੇ ਕਾਫੀ ਚੀਜ਼ਾਂ ਲਾਗੂ ਕੀਤੀਆਂ। ਕਿਹੜੀਆਂ ਕਿਹੜੀਆਂ ਯੋਜਨਾਵਾਂ ਇਹਨੇ ਲਾਗੂ ਕੀਤੀਆਂ? ਜਿਹੜੀਆਂ ਯੋਜਨਾਵਾਂ ਨਾਲ ਗਰੀਬੀ ਦੂਰ ਹੋ ਸਕੇ, ਪੋਵਰਟੀ ਗਰੀਬੀ ਹੁੰਦੀ, ਐਲੀਵੇਸ਼ਨ ਹੁੰਦਾ, ਉਹਦਾ ਨਿਵਾਰਨ ਕਰਨਾ, ਦੂਰ ਕਰਨਾ, ਪੜ੍ਹਾਈ 'ਚ ਕੋਈ ਸੁਧਾਰ ਆ ਸਕੇ ਅਤੇ ਸਿਹਤ ਸੰਬੰਧੀ ਸੁਧਾਰ ਆ ਸਕਣ। ਫਿਰ ਇਹ ਜਿਹੜਾ ਜੈਂਡਰ ਵਾਈਜ਼ ਇੱਕ ਲੇਖ ਹੀ ਆ, ਐਸੇ ਹੀ ਆ। ਦਿਸ ਐਸੇ ਇਜ਼ ਐਨ ਐਕਸਟਰੈਕਟ ਹੁੰਦਾ ਇੱਕ ਹਿੱਸਾ, ਅੰਸ਼। ਇਹ ਜਿਹੜਾ ਲੇਖ ਆ ਇਹ ਕਿਹਦੇ ਵਿੱਚੋਂ ਲਿਆ ਗਿਆ ਵਾ? ਇਹਦੀਆਂ ਕਹਾਣੀਆਂ ਦੀ ਇਹਦੀ ਇੱਕ ਬੁੱਕ ਆ ਜਿਹਦਾ ਨਾਮ ਆ ਹਾਊ ਆਈ ਟੌਟ ਮਾਈ ਗ੍ਰੈਂਡ ਮਦਰ ਟੂ ਰੀਡ। ਹਾਊ ਆਈ ਟੌਟ ਮਾਈ ਗ੍ਰੈਂਡ ਮਦਰ ਟੂ ਰੀਡ, ਇਹ ਇੱਕ ਟਾਈਟਲ ਹੈ ਇਹਦੀ ਬੁੱਕ ਦਾ। ਉਹਦੇ ਵਿੱਚ ਬਹੁਤ ਜ਼ਿਆਦਾ ਕਹਾਣੀਆਂ ਨੇ। ਕਿੰਨੀਆਂ? 25 ਸਟੋਰੀਜ਼ ਆ। ਉਹਦੇ ਵਿੱਚੋਂ ਜੈਂਡਰ ਵਾਈਜ਼ ਜਿਹੜਾ ਵਾ ਉਹ ਵੀ ਉਹਦਾ ਹੀ ਅੰਸ਼ ਆ, ਉਹਦੇ ਵਿੱਚੋਂ ਲਿਆ ਗਿਆ ਵਾ। ਇਸ ਐਸੇ ਦੇ ਵਿੱਚ ਇਹਨੇ ਦੱਸਿਆ ਵਾ ਵੀ ਕਿੱਦਾਂ ਇਹਨੇ ਅਪਲਾਈ ਕੀਤਾ ਇੱਕ ਜੋਬ ਲਈ ਅਤੇ ਉਹ ਨੌਕਰੀ ਇਹਨੂੰ ਮਿਲ ਵੀ ਗਈ, ਪਰ ਉਹ ਨੌਕਰੀ ਜਿਹੜੀ ਸਿਰਫ ਕਿੰਨਾਂ ਲਈ ਬਣੀ ਸੀ? ਮੇਲ ਲਈ, ਮੈਨ ਲਈ। ਵੂਮੈਨ ਲਈ ਉਹ ਜੋਬ ਨਹੀਂ ਹੈਗੀ। ਉੱਤੇ ਕਿਹਾ ਸੀ ਵੀ ਸਿਰਫ ਮੈਨ ਹੀ ਅਪਲਾਈ ਕਰਨ, ਵੂਮੈਨ ਨਾ ਅਪਲਾਈ ਕਰਨ, ਤਾਂ ਵੀ ਇਹਨੂੰ ਮਿਲ ਗਈ ਸੀ ਉਹ ਜੋਬ। ਇਹ ਕਿੱਦਾਂ ਮਿਲੀ ਦੇਖਦੇ ਅੱਗੇ, ਤੇ ਚੈਪਟਰ ਵਿੱਚ ਸਮਝਾਇਆ ਜਾਵੇ। ਅਤੇ ਸਿੰਪਲ ਇੰਟਰੋਡਕਸ਼ਨ ਆ। ਜਦੋਂ ਇਹ ਅਖੀਰਲੇ ਸਾਲ ਵਿੱਚ ਹੀ ਐਮਟੈਕ ਕਰਦੀ ਪਈ ਸੀ ਬੰਗਲੌਰ ਦੇ ਵਿੱਚ, ਸੁਧਾ ਮੂਰਤੀ ਜਿਹੜੀ ਆ ਉਹਨੂੰ ਇੱਕ ਐਡਵਰਟਾਈਜ਼ਮੈਂਟ ਲੱਭੀ ਜੋਬ ਦੀ, ਨੌਕਰੀ ਦਾ ਇਸ਼ਤਿਹਾਰ ਲੱਭਿਆ। ਉਹ ਜੋਬ ਕਿੱਥੇ ਹੀ? ਪੂਨੇ ਦੇ ਵਿੱਚ ਜਾ ਕੇ ਜੋਬ ਕਰਨੀ ਪੈਣੀ, ਟੈਲਕੋ ਕੰਪਨੀ ਹੀ ਕੋਈ। ਹੁਣ ਇਹਦਾ ਧਿਆਨ ਕਿਸ ਗੱਲ 'ਤੇ ਖਿੱਚਿਆ ਗਿਆ? ਜੋਬ ਦਾ ਜਿਹੜਾ ਇਸ਼ਤਿਹਾਰ ਸੀ ਉਹਦੇ ਵਿੱਚ ਇੱਕ ਲਾਈਨ ਲਿਖੀ ਗਈ ਸੀ ਵੀ ਲੜਕੀਆਂ ਜਿਹੜੀਆਂ ਵਾ ਉਹ ਅਪਲਾਈ ਨਾ ਕਰਨ ਇਸ ਜੋਬ ਲਈ। ਅਤੇ ਇਹਨੇ ਕੀ ਕੀਤਾ? ਇਹਨੇ ਉਸ ਜੋਬ 'ਤੇ ਅਪਲਾਈ ਕੀਤਾ ਲੜਕੀ ਹੋਣ ਦੇ ਬਾਵਜੂਦ। ਚੈਲੰਜ ਕੀਤਾ ਉਹਨਾਂ ਨੂੰ ਵੀ ਮੈਂ ਅਪਲਾਈ ਕਰ ਲੱਗੀ ਹਾਂ। ਅਤੇ ਨਾਲ ਹੀ ਇਹਨੇ ਇੱਕ ਚਿੱਠੀ ਵੀ ਲਿਖੀ। ਕਾਰਡ ਦਾ ਮਤਲਬ ਹੁੰਦਾ ਕੋਈ ਚਿੱਠੀ ਪਾਈ ਇਹਨੇ ਕਿਹਨੂੰ? JRD ਟਾਟਾ ਨੂੰ। ਜੇ ਦਾ ਮਤਲਬ ਆ ਜਮਸ਼ੇਦ ਜੀ, ਆਰ ਦਾ ਮਤਲਬ ਰਤਨ ਜੀ, ਡੀ ਦਾ ਮਤਲਬ ਦਾਦਾ ਭਾਈ ਟਾਟਾ। ਇਹ ਪਹਿਲਾ ਚੇਅਰਪਰਸਨ ਹੀ ਟਾਟਾ ਗਰੁੱਪ ਦਾ, ਪਹਿਲਾ ਕਹਿ ਲਓ, ਜਾਂ ਹੁਣ ਤੇ ਕੋਈ ਹੋਰ ਹੈ, ਮੇ ਬੀ ਰਤਨ ਟਾਟਾ ਜਾਂ ਆਈ ਥਿੰਕ ਗਲਤ ਹੋ ਸਕਦਾ ਰਤਨ ਟਾਟਾ ਕਹਿਣਾ ਵੀ। ਤੁਸੀਂ ਇੰਨਾ ਯਾਦ ਰੱਖ ਲਓ, ਇਹ ਪੁਰਾਣਾ ਹੀ ਟਾਟਾ ਗਰੁੱਪ ਦਾ ਚੇਅਰਪਰਸਨ ਹੀ ਇਹ, ਮੁਖੀ ਹੀ, ਚੇਅਰਮੈਨ ਹੀ ਇਹ। ਟਾਟਾ ਜਿੱਦਾਂ ਟਾਟਾ ਦੀ ਕਈ ਚੀਜ਼ਾਂ ਹੁੰਦੀਆਂ ਨਾ, ਜਿੱਦਾਂ ਟਰਾਂਸਪੋਰਟ ਨਾਲ ਰਿਲੇਟਿਡ ਟਾਟਾ ਦੀਆਂ ਬੱਸਿਸ ਹੁੰਦੀਆਂ ਵਾ, ਟਾਟਾ ਦੇ ਟਰੱਕ ਹੁੰਦੇ, ਟਾਟਾ ਸਫਾਰੀ ਜਿੱਦਾਂ ਤੁਸੀਂ ਸੁਣਿਆ ਹੋਣਾ, ਟਾਟਾ ਦੀਆਂ ਕਾਰਸ ਹੁੰਦੀਆਂ ਵਾ, ਵਹੀਕਲ ਵਗੈਰਾ, ਉਸ ਕੰਪਨੀ ਨਾਲ ਰਿਲੇਟਿਡ ਹੀ ਇਹ। ਉਸ ਤੋਂ ਬਾਅਦ ਇਹਨੇ ਉਹਨੂੰ ਚਿੱਠੀ ਵੀ ਪਾਈ ਸੀ, ਅਤੇ ਚਿੱਠੀ ਦੇ ਵਿੱਚ ਨਾਰਾਜ਼ਗੀ ਪਲੇਅਰ ਹੁੰਦਾ ਖੁਸ਼ੀ, ਡਿਸਪਲੇਅਰ ਹੁੰਦਾ ਨਾਰਾਜ਼ਗੀ ਸ਼ੋਅ ਕੀਤੀ ਸੀ ਵੀ ਤੁਸੀਂ ਕਿੱਦਾਂ ਭੇਦਭਾਵ ਕਰਦੇ ਪਏ ਆ ਲੜਕੀਆਂ ਦੇ ਨਾਲ, ਵੀ ਲੜਕੀਆਂ ਅਪਲਾਈ ਨਾ ਕਰਨ। ਸੁਧਾ ਮੂਰਤੀ ਜਿਹੜੀ ਆ ਉਹ ਬੜੀ ਹੈਰਾਨ ਹੋਈ ਸੀ ਜਦੋਂ ਉਹਨੂੰ ਇੰਟਰਵਿਊ 'ਤੇ ਬੁਲਾ ਲਿਆ। ਉਹਨਾਂ ਨੇ ਤਾਂ ਕਿਹਾ ਸੀ ਲੜਕੀਆਂ ਅਪਲਾਈ ਨਾ ਕਰੇ, ਇਹਨੇ ਅਪਲਾਈ ਕਰ ਲਿਆ ਅਤੇ ਉਹਨਾਂ ਨੂੰ ਇਹਨੂੰ ਇੰਟਰਵਿਊ 'ਤੇ ਸੱਦਣਾ ਪਿਆ। ਸੁਧਾ ਮੂਰਤੀ ਨੂੰ ਲੱਗਦਾ ਸੀ ਵੀ ਇਹਨੇ ਸਿਲੈਕਟ ਤਾਂ ਹੋਣਾ ਨਹੀਂ, ਕਿਉਂਕਿ ਉਹਨਾਂ ਨੂੰ ਲੜਕੀ ਦੀ ਤਾਂ ਜ਼ਰੂਰਤ ਹੀ ਨਹੀਂ ਸੀ। ਅਤੇ ਸੁਧਾ ਮੂਰਤੀ ਇਸ ਕਰਕੇ ਘਬਰਾਈ ਨਹੀਂ, ਮਤਲਬ ਕੂਲ ਦਾ ਮਤਲਬ ਉਹ ਬੜੀ ਠੰਡੀ ਜਿਹੀ ਰਹੀ ਹੈ, ਘਬਰਾਈ ਨਹੀਂ। ਇੰਟਰਵਿਊ ਦੇ ਸਮੇਂ ਉਹਨਾਂ ਨੇ ਦੱਸਿਆ ਵੀ ਵੂਮੈਨਸ ਜਿਹੜੀਆਂ ਵਾ ਉਹਨਾਂ ਨੂੰ ਤਾਂ ਨਹੀਂ ਸਿਲੈਕਟ ਕਰਦੇ ਕਿਉਂਕਿ ਉਹਨਾਂ ਨੂੰ ਮੁਸ਼ਕਿਲ ਆਉਂਦੀ ਆ ਸ਼ਾਪ ਫਲੋਰ 'ਤੇ ਕੰਮ ਕਰਨ ਲੱਗਿਆ, ਵੀ ਜਿੱਦਾਂ ਦਾ ਕੰਪਨੀ ਦਾ ਕੰਮ ਹੈ ਉੱਦਾਂ ਦਾ ਕੰਮ ਵੂਮੈਨਸ ਹੈਂਡਲ ਨਹੀਂ ਕਰ ਸਕਦੀਆਂ।
ਤੇ ਸੁਧਾ ਮੂਰਤੀ ਨੂੰ ਇਹ ਚੀਜ਼ ਉਹਨਾਂ ਦੇ ਸ਼ਬਦ ਰੋਕ ਨਹੀਂ ਸਕੇ। ਉਹਨਾਂ ਨੇ ਕਿਹਾ ਵੀ ਸ਼ੁਰੂਆਤ ਤੇ ਕਦੇ ਨਾ ਕਦੇ ਕਰਨੀ ਪੈਣੀ। ਉਹਨੇ ਕਿਹਾ ਨਾ ਕਿ ਸ਼ੀ ਸੈਡ ਦੈਟ ਆ ਬਿਗਨਿੰਗ ਹੈਡ ਟੂ ਮੇਡ ਸਮ ਟਾਈਮ ਐਂਡ ਸਮਵੇਅਰ, ਵੀ ਸ਼ੁਰੂਆਤ ਤੇ ਕਦੇ ਨਾ ਕਦੇ ਕਰਨੀ ਪੈਣੀ, ਕਦੇ ਨਾ ਕਦੇ ਤੇ ਲੜਕੀਆਂ ਨੂੰ ਜੋਬ ਆਫਰ ਕਰਨੀ ਪੈਣੀ ਤੁਹਾਨੂੰ। ਸੁਧਾ ਮੂਰਤੀ ਨੂੰ ਉਹ ਜੋਬ ਆਫਰ ਹੋ ਗਈ, ਉਹਨੂੰ ਮਿਲ ਗਈ ਜੋਬ। ਬਾਅਦ 'ਚੋਂ JRD ਟਾਟਾ ਨੂੰ ਮਿਲੀ ਵੀ ਖੁਦ, ਅਤੇ JRD ਟਾਟਾ ਬੜਾ ਵੇਖ ਕੇ ਖੁਸ਼ ਹੋਇਆ ਵੀ ਲੜਕੀਆਂ ਵੀ ਇੰਜੀਨੀਅਰ ਬਣ ਡੈ ਪਈਆਂ ਹੁਣ। ਅਤੇ ਸੁਧਾ ਮੂਰਤੀ ਦੀ ਦ੍ਰਿੜਤਾ ਦੇ ਕਾਰਨ ਹੀ ਲੜਕੀਆਂ ਜਿਹੜੀਆਂ ਵਾ ਅੱਜ ਕੱਲ੍ਹ ਕਾਫੀ ਇੰਜੀਨੀਅਰਿੰਗ ਕਰਦੀਆਂ ਵਾ ਅਤੇ ਫੈਕਟਰੀਜ਼ ਦੇ ਵਿੱਚ ਬੜਾ ਵਧੀਆ ਕੰਮ ਕਰਦੀਆਂ ਨੇ। ਠੀਕ ਹੈ, ਅੱਜ ਆਪਾਂ ਇਹਦੀ ਇੰਟਰੋਡਕਸ਼ਨ ਕੀਤੀ। ਕੱਲ੍ਹ ਤੋਂ ਆਪਾਂ ਇਹ ਚੈਪਟਰ ਮੈਂ ਵੀ ਚਲੋ ਆਪ ਇੱਕ ਪੇਜ ਕੰਪਲੀਟ ਹੋ ਜਾਊਗਾ, ਵੀ ਦੱਸ ਦਿੰਦਾ ਇਹ ਚੈਪਟਰ ਕਿੱਦਾਂ ਸਟਾਰਟ ਹੋਣਾ। ਕਹਿੰਦੀ ਕਾਫੀ ਸਮਾਂ ਪਹਿਲਾਂ ਇੱਕ ਨੌਜਵਾਨ ਹੀ ਬੜੀ ਨਿਡਰ ਹੀ, ਬੋਲਡ ਦਾ ਮਤਲਬ ਹੁੰਦਾ ਨਿਡਰ ਹੋਣਾ, ਆਈਡਲਿਸਟਿਕ ਹੁੰਦਾ ਵੀ ਜਿੱਦਾਂ ਕੋਈ ਆਸ਼ਾਵਾਦੀ ਹੋਣਾ, ਵੀ ਹਰ ਇੱਕ ਚੀਜ਼ 'ਤੇ ਜਿੱਦਾਂ ਉਹਦਾ ਇੱਕ ਚੰਗਾ ਜਿਹਾ ਜਿੱਦਾਂ ਕਹਿ ਲਓ ਵੀ ਉਹ ਘਬਰਾਉਂਦੀ ਨਹੀਂ, ਹਰ ਇੱਕ ਚੀਜ਼ ਨੂੰ ਬੜੀ ਵਧੀਆ ਤਰੀਕੇ ਨਾਲ ਹੈਂਡਲ ਕਰਦੀ ਹੁੰਦੀ ਸੀ। ਫਿਰ ਉਹਨੇ ਕਿਹਾ ਵੀ ਉਹ ਅਖੀਰਲੇ ਸਾਲ ਵਿੱਚ ਹੀ ਜਦੋਂ ਆਪਣਾ ਮਾਸਟਰ ਕੋਰਸ ਕਰਦੀ ਪਈ ਬੈਂਗਲੌਰ ਦੇ ਵਿੱਚ, ਅਤੇ ਉਹਦੀ ਲਾਈਫ ਜਿਹੜੀ ਆ ਬੜੀ ਵਧੀਆ ਮੌਜ ਮਸਤੀ ਵਾਲੀ ਸੀ, ਅਤੇ ਉਹਨੂੰ ਪਤਾ ਨਹੀਂ ਹੁੰਦਾ ਵੀ ਬੇਬਸੀ ਕੀ ਹੁੰਦੀ ਆ ਅਤੇ ਅਨਿਆਏ ਕੀ ਹੁੰਦਾ ਵਾ। ਬੜੀ ਉਹ ਖੁਸ਼ ਸੀ, ਬੜਾ ਵਧੀਆ ਸਟੱਡੀ ਦੇ ਵਿੱਚ ਵੀ ਉਹਦਾ ਬੜਾ ਮਨ ਲੱਗਾ ਸੀ, ਆਲਾ ਦੁਆਲਾ ਵੀ ਬੜਾ ਇੰਜੋਏ ਕਰਦੀ ਹੁੰਦੀ ਸੀ। ਬਾਕੀ ਕੱਲ੍ਹ ਦੇਖਾਂਗੇ ਨੈਕਸਟ ਡੇ। ਥੈਂਕ ਯੂ।